ਸਤਿ ਸ਼੍ਰੀ ਅਕਾਲ ਸਟੂਡੈਂਟਸ। ਬੇਟਾ ਜੀ ਆਪਾਂ ਨੇ ਕੱਲ ਚੈਪਟਰ ਬਾਬਾ ਫਰੀਦ ਪੜ੍ਹਿਆ ਸੀ ਤੇ ਉਸ ਪਾਠ ਦੇ ਵਿੱਚ ਆਪਾਂ ਨੇ ਬਾਬਾ ਫਰੀਦ ਜੀ ਦੇ ਜੀਵਨ ਬਾਰੇ, ਉਹਨਾਂ ਦੇ ਜਨਮ ਬਾਰੇ, ਉਹਨਾਂ ਦੇ ਬਚਪਨ ਬਾਰੇ ਪੜ੍ਹਿਆ ਸੀ। ਆਪਾਂ ਨੇ ਇਸ ਪਾਠ ਦੇ ਵਿੱਚ ਉਹਨਾਂ ਦੀ ਸੋਚ, ਧਰਮ ਬਾਰੇ, ਇਨਸਾਨੀਅਤ ਬਾਰੇ, ਮਨੁੱਖਤਾ ਬਾਰੇ ਇਹ ਸਾਰੀਆਂ ਚੀਜ਼ਾਂ ਨਾਲ ਪੜ੍ਹੀਆਂ ਸੀ ਤੇ ਨਾਲ ਹੀ ਜੋ ਉਹਨਾਂ ਨੇ ਮਨੁੱਖਤਾ ਨੂੰ ਸੰਦੇਸ਼ ਦਿੱਤਾ ਹੈ ਤੇ ਉਸ ਸੰਦੇਸ਼ ਨੂੰ ਸਮਝਾਉਣ ਦੇ ਲਈ ਜੋ ਇਸ ਪਾਠ ਦੇ ਵਿੱਚ ਛੋਟੀਆਂ ਕਹਾਣੀਆਂ ਦਿੱਤੀਆਂ ਹਨ, ਉਹਨਾਂ ਬਾਰੇ ਆਪਾਂ ਨੇ ਕੱਲ ਪੜ੍ਹਿਆ ਸੀ ਤੇ ਨਾਲ ਹੀ ਵਿਚਾਰ ਚਰਚਾ ਵੀ ਕੀਤਾ ਸੀ। ਬਾਬਾ ਫਰੀਦ ਜੀ ਦੀ ਸੋਚ ਇਹ ਸੀ ਕਿ ਉਹ ਸਾਰੀ ਮਨੁੱਖਤਾ ਨੂੰ ਇੱਕ ਧਾਗੇ ਦੇ ਵਿੱਚ ਪਰੋ ਕੇ ਰੱਖਣਾ ਚਾਹੁੰਦੇ ਸਨ, ਜੋੜ ਕੇ ਰੱਖਣਾ ਚਾਹੁੰਦੇ ਸਨ, ਨਾ ਕਿ ਵੱਖ-ਵੱਖ ਕਰਨਾ ਚਾਹੁੰਦੇ ਸਨ। ਬੇਟਾ ਜੀ ਇੱਥੇ ਤੱਕ ਆਪਾਂ ਨੇ ਇਹ ਪਾਠ ਪੜ੍ਹਿਆ ਸੀ। ਇਸ ਤੋਂ ਅੱਗੇ ਪਾਠ ਆਪਾਂ ਅੱਜ ਪੜਾਂਗੇ। ਹਾਂਜੀ ਪੁੱਤਰ ਜੀ, ਅੱਗੇ ਹੈ ਆਪਣਾ ਪਾਠ। ਇਹ ਗੱਲਾਂ ਦੱਸਦੀਆਂ ਹਨ ਕਿ ਉਹ ਵੱਡੇ ਬਾਦਸ਼ਾਹਾਂ ਦੀ ਵੀ ਕੋਈ ਪਰਵਾਹ ਨਹੀਂ ਸੀ ਕਰਦੇ ਤੇ ਆਜ਼ਾਦ ਜੀਵਨ ਬਸਰ ਕਰਦੇ ਸਨ। ਕੱਲ ਆਪਾਂ ਨੇ ਪੜ੍ਹਿਆ ਸੀਗਾ ਕਿ ਬਾਦਸ਼ਾਹ ਬਲਬਨ ਨੇ ਇੱਕ ਸਿਪਾਹੀ ਰੁਕਾ ਜਿਹੜਾ ਭੇਜਿਆ ਸੀਗਾ, ਜਿਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਸੀਗਾ ਕਿ ਅਗਰ ਕਿਸੇ ਨੂੰ ਕੋਈ ਲੋੜ ਹੈ, ਜ਼ਰੂਰਤ ਹੈ ਤਾਂ ਉਹ ਉਸ ਨੂੰ ਦੇ ਸਕੇ ਔਰ ਕਦੇ ਵੀ ਇਨਸਾਨ ਕਿਸੇ ਦੂਸਰੇ ਕੋਲੋਂ ਵੀ ਕੋਈ ਆਸ ਨਾ ਰੱਖੇ, ਕਿਉਂਕਿ ਇਨਸਾਨ ਹਮੇਸ਼ਾ ਦੇ ਕੇ ਅਹਿਸਾਨ ਜਤਾਉਂਦਾ ਹੈ, ਜਦੋਂ ਕਿ ਪਰਮਾਤਮਾ ਕਦੇ ਵੀ ਅਹਿਸਾਨ ਨਹੀਂ ਜਤਾਉਂਦਾ। ਸੋ ਇਹਨਾਂ ਗੱਲਾਂ ਤੋਂ ਸਾਨੂੰ ਇਹ ਪਤਾ ਚੱਲਦਾ ਹੈ ਕਿ ਉਹ ਆਜ਼ਾਦ ਕਿਸਮ ਦਾ ਜੀਵਨ ਗੁਜ਼ਾਰਦੇ ਸਨ, ਬਸਰ ਕਰਦੇ ਗੁਜ਼ਾਰਦੇ। ਮੁਸਲਿਮ ਫਕੀਰਾਂ ਵਿੱਚ ਕਰਾਮਾਤ ਦੀ ਬੜੀ ਚਰਚਾ ਹੈ ਤੇ ਇਸ ਨੂੰ ਰੂਹਾਨੀ ਵਡਿਆਈ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ। ਉਸ ਸਮੇਂ ਮੁਸਲਿਮ ਫਕੀਰ ਜੋ ਹੁੰਦੇ ਸੀਗੇ ਉਹ ਕਰਾਮਾਤ ਮੀਨਸ ਚਮਤਕਾਰ ਦੇ ਵਿੱਚ ਵਿਸ਼ਵਾਸ ਰੱਖਦੇ ਸੀ, ਪਰ ਬਾਬਾ ਫਰੀਦ ਅਜਿਹੀਆਂ ਗੱਲਾਂ ਪਸੰਦ ਨਹੀਂ ਸੀ ਕਰਦੇ। ਇੱਕ ਵਾਰ ਸ਼ੇਖ ਫਰੀਦ ਤੇ ਸ਼ੇਖ ਬਹਾਉਦੀਨ ਸੈਰ ਕਰਦੇ ਦੂਰ ਨਿਕਲ ਗਏ ਤੇ ਰਾਹ ਵਿੱਚ ਚਰਚਾ ਛਿੜ ਪਈ ਕਿ ਕਰਾਮਾਤ ਵੱਡੀ ਹੈ ਜਾਂ ਮੁਲਾਕਾਤ। ਬਾਬਾ ਫਰੀਦ ਇਨਸਾਨੀ ਮੁਲਾਕਾਤ ਨੂੰ ਵੱਡਾ ਕਹਿੰਦੇ ਹਨ ਤੇ ਬਹਾਉਦੀਨ ਕਰਾਮਾਤ ਨੂੰ। ਇੱਥੇ ਹੁਣ ਬਾਬਾ ਫਰੀਦ ਦੀ ਇਸ ਵਿਚਾਰਧਾਰਾ ਨੂੰ ਇੱਕ ਛੋਟੀ ਜਿਹੀ ਕਹਾਣੀ ਦੇ ਦੁਆਰਾ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜਦੋਂ ਇਨਸਾਨ ਦੇ ਉੱਪਰ ਕੋਈ ਮੁਸ਼ਕਿਲ ਪੈਂਦੀ ਹੈ ਜਾਂ ਮੁਸੀਬਤ ਪੈਂਦੀ ਹੈ ਤਾਂ ਉਸ ਸਮੇਂ ਉਹ ਕੋਈ ਵੀ ਚਮਤਕਾਰ ਨਹੀਂ ਕਰ ਸਕਦਾ, ਸਗੋਂ ਜੋ ਉਸਦੇ ਨੇੜੇ ਹੋਵੇ, ਕੋਈ ਜਾਣ ਪਛਾਣ ਵਾਲਾ ਹੋਵੇ, ਉਹੀ ਉਸਦੀ ਮਦਦ ਕਰਕੇ ਉਸਨੂੰ ਉਸ ਮੁਸੀਬਤ ਚੋਂ ਬਾਹਰ ਕੱਢ ਸਕਦਾ ਹੈ। ਸੋ ਬਾਬਾ ਫਰੀਦ ਕਰਾਮਾਤ ਨਾਲੋਂ ਮੁਲਾਕਾਤ ਨੂੰ ਵੱਡੀ ਸਮਝਦੇ ਹਨ। ਜਦੋਂ ਦੋਵੇਂ ਦਰਵੇਸ਼ ਚਲਦੇ ਨਗਰ ਪਾਸ ਪਹੁੰਚੇ ਤਾਂ ਸਖਤ ਮੀਂਹ ਹਨੇਰੀ ਆ ਗਈ ਤੇ ਤੂਫਾਨ ਝੁੱਲਣ ਲੱਗਾ। ਬਾਬਾ ਫਰੀਦ ਹੱਸ ਕੇ ਕਹਿਣ ਲੱਗੇ, ਸ਼ੇਖ ਜੀ, ਹੁਣ ਵਕਤ ਹੈ, ਕਰਾਮਾਤ ਦਿਖਾਓ ਤਾਂ ਕਿ ਆਫਤ ਤੋਂ ਬਚਾਅ ਹੋ ਸਕੇ। ਸ਼ੇਖ ਬਹਾਉਦੀਨ ਦਾ ਜਵਾਬ ਸੀ, ਇੰਨੀ ਛੇਤੀ ਕਰਾਮਾਤ ਕਿਵੇਂ ਹੋ ਸਕਦੀ ਹੈ? ਮੈਂ ਕੀ ਕਰ ਸਕਦਾ ਹਾਂ? ਸ਼ੇਖ ਫਰੀਦ ਨੇ ਕਿਹਾ, ਇਸ ਪਿੰਡ ਵਿੱਚ ਇੱਕ ਗਰੀਬੜਾ ਜਿਹਾ ਬੰਦਾ ਹੈ ਜੋ ਕਿ ਸਾਡਾ ਮੇਲੀ ਮੁਲਾਕਾਤੀ ਹੈ, ਜਾਣੂ ਪਛਾਣੂ ਹੈ, ਆਪਾਂ ਉਸ ਪਾਸ ਚੱਲਦੇ ਹਾਂ। ਦੋਵੇਂ ਉਸ ਦੇ ਘਰ ਚਲੇ ਗਏ। ਉਸਨੇ ਆਦਰ ਨਾਲ ਫਕੀਰਾਂ ਨੂੰ ਸਭ ਤੇ ਬਿਠਾਇਆ, ਅੱਗ ਬਾਲ ਕੇ ਪਾਣੀ ਗਰਮ ਕੀਤਾ, ਹੱਥ ਪੈਰ ਧਵਾ ਕੇ ਸਰਦਾ ਬਣਦਾ ਭੋਜਨ ਖਵਾਇਆ। ਅਖੀਰ ਇਸ ਪ੍ਰੇਮੀ ਜੋੜੇ ਨੇ ਆਰਾਮ ਲਈ ਕੱਪੜੇ ਵੀ ਵਿਛਾ ਦਿੱਤੇ। ਦੋਵੇਂ ਫਕੀਰ ਇਸ ਪ੍ਰਾਹੁਣਾਚਾਰੀ ਤੋਂ ਬੜੇ ਖੁਸ਼ ਹੋਏ। ਸ਼ੇਖ ਫਰੀਦ ਹੱਸ ਕੇ ਕਹਿਣ ਲੱਗੇ, ਦੱਸੋ ਸ਼ੇਖ ਜੀ, ਕਿਸ ਚੀਜ਼ ਵਿੱਚ ਵਡਿਆਈ ਹੈ? ਬਹਾਉਦੀਨ ਦਾ ਜਵਾਬ ਸੀ ਕਿ ਤੁਹਾਡੀ ਗੱਲ ਠੀਕ ਹੈ, ਕਰਾਮਾਤ ਨਾਲੋਂ ਮੁਲਾਕਾਤ ਸੱਚਮੁੱਚ ਵੱਡੀ ਹੈ। ਭਾਵ ਕਿ ਇਨਸਾਨ ਮੁਸ਼ਕਿਲ ਦੇ ਸਮੇਂ ਕੋਈ ਵੀ ਸੋਚ, ਕੋਈ ਵੀ ਚਮਤਕਾਰ ਨਹੀਂ ਕਰ ਸਕਦਾ, ਸਗੋਂ ਉਸਨੂੰ ਕੋਈ ਜਾਣ ਪਛਾਣ ਵਾਲਾ ਹੋਵੇ, ਮੇਲ ਮਿਲਾਪ ਵਾਲਾ ਹੋਵੇ, ਉਹੀ ਉਸਨੂੰ ਮੁਸ਼ਕਿਲ ਦੇ ਸਮੇਂ ਵਿੱਚੋਂ ਕੱਢ ਸਕਦਾ ਹੈ। ਬਾਬਾ ਫਰੀਦ ਵੱਡੇ ਪਰਿਵਾਰਿਕ ਗ੍ਰਹਿਸਥ
स्त्री पुरुष सन। आप दियां 3 शादियां सन, जिन्हां तो 5 लड़के ते 3 लड़कियां पैदा हुईयां। आप दे पुत्तर खेतीबाड़ी करते सन ते एक सरकारी नौकरी विच सी। पुत्तरां नूं ख्याल सी कि चिश्ती फिरके दी गद्दी खानदानी तौर ते सानू ही मिल जावेगी। चिश्ती फिरके दी गद्दी, जिस गद्दी ते उस समय बाबा फरीद जी विराजमान सन, ਜਿਹੜੀ ਉਹਨਾਂ ਦੇ ਗੁਰੂ ਨੇ ਉਹਨਾਂ ਨੂੰ ਦਿੱਤੀ ਸੀ। ਲੇਕਿਨ ਬਾਬਾ ਫਰੀਦ ਨੇ ਅੰਤ ਸਮੇਂ ਆਪਣਾ ਮੁਸੱਲਾ ਤੇ ਤਸਵੀ ਹੁੰਦੀ ਆ ਮਾਲਾ, ਸੈयद महमूद ਕਿਆਨੀ ਦੇ ਹੱਥ ਸ਼ੇਖ ਨਿਜ਼ਾਮੂਦੀਨ ਪਾਸ ਦਿੱਲੀ ਭੇਜ ਕੇ ਉਸ ਨੂੰ ਆਪਣਾ ਜਾਨਸ਼ੀਨ ਥਾਪ ਦਿੱਤਾ। ਜਾਨਸ਼ੀਨ ਥਾਪਣਾ, ਗੱਦੀ ਤੇ ਬਿਠਾ ਦੇਣਾ। ਇਸ ਤੋਂ ਜ਼ਾਹਰ ਹੈ ਕਿ ਆਪ ਦੇ ਦਿਲ ਵਿੱਚ ਆਪਣੇ ਪਰਿਵਾਰ ਦੀ ਵੀ ਬਹੁਤੀ ਖਿੱਚ ਨਹੀਂ ਸੀ। ਉਹ ਜਿਸ ਨੂੰ ਰੂਹਾਨੀ ਤੌਰ ਤੇ ਉੱਤਮ ਸਮਝਦੇ ਸਨ, ਉਸੇ ਨੂੰ ਗੱਦੀ ਦੇ ਦਿੱਤੀ। ਬੁਢਾਪੇ ਸਮੇਂ ਆਪ ਦਾ ਸਿਰ ਕਾਫੀ ਕਮਜ਼ੋਰ ਹੋ ਗਿਆ ਸੀ, ਇਸ ਕਰਕੇ ਉਹ ਡੰਗੋਰੀ ਫੜ ਕੇ ਤੁਰਨ ਲੱਗੇ। ਡੰਗੋਰੀ ਸੋਟੀ, ਪਰ ਇਹ ਗੱਲ ਉਹਨਾਂ ਨੂੰ ਉਂਝ ਚੰਗੀ ਨਹੀਂ ਸੀ ਲੱਗਦੀ। ਇੱਕ ਦਿਨ ਅਜਿਹਾ ਗੁੱਸਾ ਆਇਆ ਕਿ ਸੋਟੀ ਦੂੰ ਵਗਾ ਕੇ ਮਾਰੀ। ਕਹਿਣ ਲੱਗੇ, ਮੈਂ ਅੱਛਾ ਨਹੀਂ ਕੀਤਾ ਕਿ ਇੱਕ ਅੱਲਾ ਤੋਂ ਬਗੈਰ ਕਿਸੇ ਹੋਰ ਤੇ ਭਰੋਸਾ ਕੀਤਾ, ਤੇ ਕਿਸੇ ਫਕੀਰ ਨੂੰ ਤਾਂ ਇਹ ਬਿਲਕੁਲ ਨਹੀਂ ਕਰਨਾ ਚਾਹੀਦਾ। ਇਸ ਤਰ੍ਹਾਂ ਦਾ ਸੀ ਉਹਨਾਂ ਦਾ ਇਲਾਹੀ ਇਤਕਾਦ ਦਾ ਮਤਲਬ ਹੁੰਦਾ ਯਕੀਨ, ਇਤਬਾਰ, ਭਰੋਸਾ, ਕਿ ਉਹਨਾਂ ਨੂੰ ਪਰਮਾਤਮਾ ਤੋਂ ਇਲਾਵਾ ਹੋਰ ਕਿਸੇ ਇਨਸਾਨ ਉੱਪਰ, ਕਿਸੇ ਵਸਤੂ ਉੱਪਰ ਵੀ ਯਕੀਨ ਨਹੀਂ ਸੀ। ਅਖੀਰ 15 ਅਕਤੂਬਰ 1265 ਈਸਵੀ ਨੂੰ ਪਾਕਪਟਨ ਵਿੱਚ ਹੀ ਆਪ ਦਾ ਦੇਹਾਂਤ ਹੋਇਆ। ਇੱਥੇ ਆਪ ਦਾ ਮਕਬਰਾ ਬਣਿਆ ਹੋਇਆ ਹੈ। ਇਹ ਹੈ ਪੁੱਤਰ ਜੀ ਆਪਣਾ ਪਾਠ ਬਾਬਾ ਫਰੀਦ, ਜੋ ਕਿ ਆਪਣਾ ਕੱਲ ਰਹਿ ਗਿਆ ਸੀਗਾ, ਅੱਜ ਕੰਪਲੀਟ ਹੋ ਗਿਆ। ਇਸ ਪਾਠ ਦੇ ਵਿੱਚ ਆਪਾਂ ਨੇ ਬਾਬਾ ਫਰੀਦ ਜੀ ਦੇ ਜੀਵਨ ਬਾਰੇ, ਉਹਨਾਂ ਦੀਆਂ ਸਿੱਖਿਆਵਾਂ ਬਾਰੇ, ਵਿਚਾਰਧਾਰਾ ਬਾਰੇ ਤੇ ਲੋਕਾਂ ਨੂੰ ਦਿੱਤੇ ਹੋਏ ਸੰਦੇਸ਼ ਬਾਰੇ ਪੜ੍ਹਿਆ ਹੈ। ਪੁੱਤਰ ਜੀ, ਤੁਸੀਂ ਹਮੇਸ਼ਾ ਹੀ ਅਕਸਰ ਬਾਬਾ ਫਰੀਦ ਜੀ ਦੇ ਸ਼ਲੋਕ ਪੜ੍ਹਦੇ ਰਹਿੰਦੇ ਹੋ, ਸੁਣਦੇ ਰਹਿੰਦੇ ਹੋ। ਬੇਟਾ ਅੱਗੇ ਹੈਗੇ ਆ ਤੁਹਾਡੇ ਅਭਿਆਸ ਵਾਲੇ ਪ੍ਰਸ਼ਨ ਉੱਤਰ। ਸੋ ਤੁਸੀਂ ਹੁਣ ਇਹਨਾਂ ਪ੍ਰਸ਼ਨਾਂ ਦੇ ਉੱਤਰ ਲੈਸਨ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਲੈਸਨ ਦੇ ਵਿੱਚੋਂ ਆਪ ਲੱਭ ਕੇ ਲਿਖਣੇ ਹਨ। ਤੇ ਨੰਬਰ 3 ਤੇ ਜੋ ਵਾਕ ਦਿੱਤੇ ਹੋਏ ਹਨ, ਉਹਨਾਂ ਵਾਕਾਂ ਦੇ ਜੋ ਸ਼ਬਦ ਦਿੱਤੇ ਹੋਏ ਹਨ, ਉਹਨਾਂ ਸ਼ਬਦਾਂ ਦੇ ਵਾਕ ਵੀ ਆਪਣੀ ਨੋਟਬੁੱਕ ਦੇ ਵਿੱਚ ਲਿਖਣੇ ਹਨ। ਇਹ ਸ਼ਬਦ ਕਿਹੜੇ ਆ? ਸੂਫੀ, ਸਬਰ, ਸੰਤੋਖ, ਨਿਵਾਸ, ਗੁਜ਼ਾਰਾ, ਵਿਹਾਰ, ਆਫਤ, ਤਾਕੀਦ, ਅਨੁਮਾਨ, ਜ਼ਾਹਰ, ਜਾਨਸ਼ੀਨ, ਸੰਦੇਸ਼, ਅਹਿਸਾਨ। ਇਹਨਾਂ ਸ਼ਬਦਾਂ ਦੇ ਤੁਸੀਂ ਵਾਕ ਵੀ ਆਪਣੀ ਨੋਟਬੁੱਕ ਦੇ ਵਿੱਚ ਬਣਾਉਣੇ ਹਨ। ਸੋ ਬੱਚੇ, ਸਭ ਤੋਂ ਪਹਿਲਾਂ ਤੁਸੀਂ ਚੈਪਟਰ ਨੂੰ ਧਿਆਨ ਦੇ ਨਾਲ ਪੜ੍ਹਨਾ ਹੈ। ਉਸ ਤੋਂ ਬਾਅਦ ਤੁਸੀਂ ਇਹਦੇ ਦਿੱਤੇ ਹੋਏ ਕੁਐਸਚਨਸ ਦੇ ਆਨਸਰ ਲੱਭ ਕੇ ਆਪ ਲਿਖਣੇ ਹਨ। ਸੋ ਬੇਟਾ ਜੀ, ਇਹ ਆਪਣਾ ਅੱਜ ਦਾ ਚੈਪਟਰ ਸੀਗਾ ਜੋ ਕੰਪਲੀਟ ਹੋ ਗਿਆ। ਥੈਂਕ ਯੂ ਵੈਰੀ ਮਚ।